ਜਿਹੜਾ ਗੁਰਦੁਆਰਿਆਂ ਸੰਬੰਧੀ ਇਹ ਕਾਨੂੰਨ ਹੈਗਾ ਤੇ ਸਿਆਸੀ ਕੋਈ ਪਾਰਟੀ ਹਿੱਸਾ ਨਹੀਂ ਲੈ ਸਕਦੀ। ਉਹ ਦਿੱਲੀ ਵਿੱਚ ਵੀ ਨਹੀਂ ਲੈ ਸਕਦੀ, ਪੰਜਾਬ ਵਿੱਚ ਵੀ ਨਹੀਂ ਲੈ ਸਕਦੀ। ਇਹ ਬਹੁਤ ਵੱਡਾ ਫਰਾਡ ਹੁਣ ਤੱਕ ਚੱਲਦਾ ਆ ਰਿਹਾ। ਸਿੱਖ ਕੌਮ ਦਾ ਬਹੁਤ ਵੱਡਾ ਫਰਾਡ। ਹੁਣ ਦਿੱਲੀ ਸਰਕਾਰ ਨੂੰ ਕੀ ਚਾਹੀਦਾ ਕਿ ਇਹਨਾਂ ਨੂੰ ਸਾਰੇ ਪਾਰਟੀਆਂ ਨੂੰ ਕਹੇ ਕਿ ਇਹਨਾਂ ਦੇ ਪ੍ਰੈਜ਼ੀਡੈਂਟ ਆ ਕੇ ਐਫੀਡੇਵਿਟ ਦੇਣ ਕਿ ਅਸੀਂ ਇੱਕ ਧਾਰਮਿਕ ਸਿੱਖ ਪਾਰਟੀ। ਜਿਹਨੇ ਐਫੀਡੇਵਿਟ ਦਿੱਤਾ ਉਹਨੂੰ ਤਾਂ ਤੁਸੀਂ ਮੰਨ ਲਓ, ਪਰ ਜਿਹਨੇ ਐਫੀਡੇਵਿਟ ਦਿੱਤਾ ਹੀ ਉਹਨੂੰ ਤੁਸੀਂ ਆਪਣੇ ਆਪ ਧਾਰਮਿਕ ਸਿੱਖ ਪਾਰਟੀ ਕਿਵੇਂ ਮੰਨ? ਸ਼੍ਰੋਮਣੀ ਅਕਾਲੀ ਦਲ ਬਾਦਲ ਉੱਥੇ ਧਰਮਨਿਰਪੱਖ ਪਾਰਟੀ ਤੋਂ ਜੋ ਲੋਕ ਸਭਾ ਦੇ ਲੜਦੇ ਆ, ਅਸੈਂਬਲੀ ਦੇ ਲੜਦੇ, ਤੇ ਇੱਥੇ ਆ ਕੇ ਆਪਣੇ ਆਪ ਨੂੰ ਇੱਕ ਧਾਰਮਿਕ ਸਿੱਖ ਪਾਰਟੀ ਕਹਿ ਕੇ ਮਾਨਤਾ ਲਈ ਬੈਠੇ ਆ। ਤਾਂ ਇਹ ਦੋਨੇ ਪਾਸੇ ਨਹੀਂ ਚੱਲ ਸਕਦੇ, ਤਾਂ ਪੂਰਾ ਫਰਾਡ ਹੈ। ਐਸਜੀਪੀਸੀ ਵਿੱਚ ਵੀ ਇਹ ਚੋਣਾਂ ਨਹੀਂ ਲੈ ਸਕਣਗੇ ਔਰ ਇਹਨਾਂ ਦੀ ਮਾਨਤਾ ਵੀ ਰੱਦ ਹੋਣ ਵਾਲੀ ਆ। ਇਹਨਾਂ ਨੂੰ ਜੇਲ੍ਹ ਜਾਣਾ ਵੀ ਪਵੇਗਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ ਤੇ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਵਾਰ ਫਿਰ ਤੋਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਮਾਮਲਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਚੋਣਾਂ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿਸ ਦੇ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰਫ ਤੇ ਸਿਰਫ ਧਾਰਮਿਕ ਪਾਰਟੀਆਂ ਹੀ ਲੜ ਸਕਦੀਆਂ ਹਨ। ਇਸ ਬਾਰੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ HS ਫੁਲਕਾ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਮਿਨਿਸਟਰ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਇਹ ਕਿਹਾ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖੁਦ ਨੂੰ ਧਰਮ ਨਿਰਪੱਖ ਪਾਰਟੀ ਦੱਸ ਕੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਂਦੀਆਂ ਹਨ, ਤੇ ਦੂਜੇ ਪਾਸੇ ਅਕਾਲੀ ਦਲ ਵੱਲੋਂ ਧਾਰਮਿਕ ਚੋਣਾਂ ਵੀ ਲੜੀਆਂ ਜਾਂਦੀਆਂ ਹਨ, ਜੋ ਕਿ ਕਾਨੂੰਨ ਦੇ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਕਿਉਂਕਿ ਇੱਕ ਪਾਰਟੀ ਦੇ ਦੋ ਸੰਵਿਧਾਨ ਕਦੇ ਵੀ ਨਹੀਂ ਹੋ ਸਕਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਦੇ ਇਸ ਨਵੇਂ ਫੈਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਕਸੂਤੀ ਸਥਿਤੀ ਬਣ ਗਈ ਹੈ। ਇਹ ਮਿਨਿਸਟਰ ਹੈ ਗੁਰਦੁਆਰਾ ਇਲੈਕਸ਼ਨ ਦਾ, ਰਜਿੰਦਰਪਾਲ ਗੌਤਮ, ਕੱਲ ਉਹਨੇ ਇਹ ਫੈਸਲਾ ਕੀਤਾ। ਕੱਲ ਉਹਦਾ ਫੈਸਲਾ ਆਇਆ ਕਿ ਇਹਦੇ ਵਿੱਚ ਫੈਸਲੇ ਵਿੱਚ ਇਹ ਲਿਖਿਆ ਕਿ ਜੋ ਰੂਲਸ ਆ, ਰੂਲ ਦੇ ਮੁਤਾਬਕ ਸਿਰਫ ਧਾਰਮਿਕ ਪਾਰਟੀਆਂ ਇਲੈਕਸ਼ਨ ਲੜ ਸਕਦੀਆਂ। ਇਹ ਪਹਿਲਾਂ ਗਲਤੀ ਦੇ ਨਾਲ ਜਿਹੜੀਆਂ ਧਾਰਮਿਕ ਪਾਰਟੀਆਂ ਨਹੀਂ ਹਨ ਉਹਨਾਂ ਨੂੰ ਮਾਨਤਾ ਦਿੱਤੀ ਗਈ, ਪਰ ਹੁਣ ਇਹ ਇਲੈਕਸ਼ਨ ਜਿਹੜੇ ਹੋਣਗੇ ਅਪ੍ਰੈਲ ਵਿੱਚ ਹੋਣੇ ਆ। ਹੁਣ ਜੋ ਟੈਂਟੇਟਿਵ ਸ਼ਡਿਊਲ ਆ, 1 ਅਪ੍ਰੈਲ ਨੂੰ ਨੋਟੀਫਿਕੇਸ਼ਨ ਇਸ਼ੂ ਹੋਣੀ ਆ ਤੇ 25 ਅਪ੍ਰੈਲ ਨੂੰ ਇਲੈਕਸ਼ਨ ਹੋਣੇ ਆ। ਵੀ ਇਹਦੇ ਵਾਸਤੇ ਜਿਹੜੀਆਂ ਧਾਰਮਿਕ ਪਾਰਟੀਆਂ ਨੇ ਸਿਰਫ ਉਹਨਾਂ ਨੂੰ ਹੀ ਵੀ ਇਹਦੇ 'ਚ ਮਾਨਤਾ ਦਿੱਤੀ ਜਾਏਗੀ। ਹੁਣ ਇਹ ਅੱਜ ਇਹਨਾਂ ਨੇ ਇਹ ਕੋਰਟ ਵਿੱਚ ਆਉਣਾ ਸੀ। ਕੋਰਟ ਵਿੱਚ ਤਾਂ ਚਲੋ ਇਹ ਪਿੱਛੇ ਪੈ ਗਿਆ, 25 ਮਾਰਚ ਹੋ ਗਿਆ, ਪਰ ਕੋਰਟ ਵੱਲੋਂ ਦਿੱਲੀ ਸਰਕਾਰ ਤੇ ਕੋਈ ਮਨਾਹੀ ਨਹੀਂ ਹੈ। ਕਾਨੂੰਨ ਦੇ ਕੋਰਟ ਵੀ ਤਾਂ ਇਹੀ ਆ ਕਿ ਜੋ ਰੂਲ ਆ ਉਹਦੇ ਮੁਤਾਬਕ ਚਲੋ, ਕਾਨੂੰਨ ਦੇ ਮੁਤਾਬਕ ਚਲੋ। ਧਾਰਮਿਕ ਪਾਰਟੀਆਂ ਨੂੰ ਮਾਨਤਾ ਦਿਓ, ਤੁਸੀਂ ਦੂਜਿਆਂ ਨੂੰ ਕਿਉਂ ਦੇ ਹੋ? ਤੇ ਦਿੱਲੀ ਸਰਕਾਰ ਨੇ ਹੁਣ ਆਪਣੀ ਗਲਤੀ ਆਪਣੇ ਆਪ ਸੁਧਾਰ ਲਈ ਹੈ। ਤੇ ਹੁਣ ਦਿੱਲੀ ਸਰਕਾਰ ਇਹ ਜੋ ਇਹਨਾਂ ਨੇ ਕੱਲ ਆਰਡਰ ਕੀਤਾ ਇਹਦੇ ਮੁਤਾਬਕ ਅੱਗੇ ਜਾ ਕੇ ਆਪਣੇ ਆਪ ਕੰਮ ਕਰ ਸਕਦੀ ਹੈ। ਹੁਣ ਹਮੇਸ਼ਾ ਜੋ 2012 ਦੇ ਇਲੈਕਸ਼ਨ 'ਚ ਵੀ 2017 ਦੇ ਇਲੈਕਸ਼ਨ 'ਚ ਵੀ ਜੋ ਇਲੈਕਸ਼ਨ ਦੀ ਨੋਟੀਫਿਕੇਸ਼ਨ ਇਸ਼ੂ ਹੁੰਦੀ ਹੈ, ਉਦੋਂ ਕੁਝ ਦਿਨ ਪਹਿਲਾਂ ਇਹ ਜਿਹੜੀਆਂ ਮਾਨਤਾ ਜਿਹੜੀਆਂ ਪਾਰਟੀਆਂ ਨੂੰ ਦਿੱਤੀ ਆ ਉਹਨਾਂ ਦੀ ਨੋਟੀਫਿਕੇਸ਼ਨ ਇਸ਼ੂ ਹੁੰਦੀ ਹੈ। ਹੁਣ ਇਹ ਨੋਟੀਫਿਕੇਸ਼ਨ ਇਸ਼ੂ ਹੋਣੀ ਹੈ, ਦਿੱਲੀ ਸਰਕਾਰ ਨੇ ਇਹ ਇਸ਼ੂ ਕਰਨੀ ਆ, ਔਰ ਇਹ ਉਹਦੇ ਵਿੱਚ ਉਹੀ ਨੋਟੀਫਿਕੇਸ਼ਨ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਸੀ 1917 ਦੀ ਧਾਰਮਿਕ ਪਾਰਟੀਆਂ ਦੀ। ਹੁਣ ਜਦੋਂ ਧਾਰਮਿਕ ਪਾਰਟੀਆਂ ਨੋਟੀਫਿਕੇਸ਼ਨ ਇਸ਼ੂ ਕਰਨੀ ਹੈ, ਹੁਣ ਦਿੱਲੀ ਸਰਕਾਰ ਨੂੰ ਕੀ ਚਾਹੀਦਾ ਕਿ ਇਹਨਾਂ ਨੂੰ ਸਾਰੇ ਪਾਰਟੀਆਂ ਨੂੰ ਕਹੇ ਕਿ ਇਹਨਾਂ ਦੇ ਪ੍ਰੈਜ਼ੀਡੈਂਟ ਆ ਕੇ ਐਫੀਡੇਵਿਟ ਦੇਣ ਕਿ ਅਸੀਂ ਇੱਕ ਧਾਰਮਿਕ ਸਿੱਖ ਪਾਰਟੀ ਹਾਂ। ਜਿਹਨੇ ਐਫੀਡੇਵਿਟ ਦਿੱਤਾ ਉਹਨੂੰ ਤਾਂ ਤੁਸੀਂ ਮੰਨ ਲਓ, ਪਰ ਜਿਹਨੇ ਐਫੀਡੇਵਿਟ ਦਿੱਤਾ ਹੀ ਨਹੀਂ ਤੁਸੀਂ ਆਪਣੇ ਆਪ ਧਾਰਮਿਕ ਸਿੱਖ ਪਾਰਟੀ ਕਿਵੇਂ ਮੰਨ ਲਓ? ਹੁਣ ਅਗਲੀ ਗੱਲ ਆ ਗਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਆ ਗਈ। ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਉਹ ਰਜਿਸਟਰਡ ਆ, ਰੈਕਗਨਾਈਜ਼ਡ ਆ, ਉੱਥੇ ਐਜ਼ ਏ ਸੈਕੂਲਰ ਪਾਰਟੀ, ਧਰਮ ਨਿਰਪੱਖ ਪਾਰਟੀ, ਉੱਥੇ ਧਰਮ ਨਿਰਪੱਖ ਪਾਰਟੀ ਤੌਰ ਤੇ ਉਹ ਤਾਂ ਹੀ ਇਹ ਇਲੈਕਸ਼ਨ ਜੋ ਲੋਕ ਸਭਾ ਦੇ ਲੜਦੇ ਆ, ਅਸੈਂਬਲੀ ਦੇ ਲੜਦੇ ਆ, ਧਰਮ ਨਿਰਪੱਖ ਪਾਰਟੀ ਦੇ ਤੌਰ ਤੇ ਲੜਦੇ ਆ। ਤੇ ਇੱਥੇ ਆ ਕੇ ਆਪਣੇ ਆਪ ਨੂੰ ਇੱਕ ਧਾਰਮਿਕ ਸਿੱਖ ਪਾਰਟੀ ਕਹਿ ਕੇ ਮਾਨਤਾ ਲਈ ਬੈਠੇ ਆ। ਤਾਂ ਇਹ ਦੋਨੇ ਪਾਸੇ ਨਹੀਂ ਚੱਲ ਸਕਦੇ, ਤਾਂ ਪੂਰਾ ਫਰਾਡ ਆ। ਤੇ ਹੁਣ ਉਹ ਵੀ ਕੇਸ ਆ ਜਿਹੜਾ ਉਹ ਵੀ ਇੱਥੇ ਪੈਂਡਿੰਗ ਪਿਆ, ਦਿੱਲੀ ਹਾਈ ਕੋਰਟ 'ਚ ਉਹ ਵੀ ਪੈਂਡਿੰਗ ਪਿਆ ਕਿ ਜੋ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਕੈਂਸਲ ਕੀਤੀ ਜਾਵੇ, ਕਿਉਂਕਿ ਇਹ ਆਪਣੇ ਇਹਨਾਂ ਨੇ ਇੱਕ ਧਾਰਮਿਕ ਸਿੱਖ ਪਾਰਟੀ ਦੇ ਤੌਰ ਦੇ ਉੱਤੇ ਉਹ SGPC ਇਲੈਕਸ਼ਨ ਵਾਸਤੇ ਆ।
ਇਹਨਾਂ ਨੇ ਐਚਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਇੱਕ ਆਪਣਾ ਜੋ ਬਣਾਇਆ ਸੀ ਖਟੜਾ ਕਨਸਟੀਟਿਊਸ਼ਨ, ਉਹਦੇ ਵਿੱਚ ਇਹ ਪਹਿਲਾਂ ਲਿਖਤਾ ਸੀ ਕਿ ਇਸ ਤੱਕ ਧਾਰਮਿਕ ਸਿੱਖ ਪਾਰਟੀਆਂ, ਬਾਅਦ ਚ ਇਹਨਾਂ ਨੇ ਫਟਾਫਟ ਵਾਪਸ ਲੈ ਲਿਆ। ਉਹ ਜਿਹੜਾ ਆਪਣਾ ਬਾਈਲॉ ਸੀ, ਰੂਲ ਸੀ, ਉਹ ਵਾਪਸ ਲੈ ਲਿਆ ਕਨਸਟੀਟਿਊਸ਼ਨ, ਤੇ ਕਿਹਾ ਨਹੀਂ ਜੀ ਇਹ ਗਲਤੀ ਨਾਲ ਇਸ਼ੂ ਹੋ ਗਿਆ, ਅਸੀਂ ਤਾਂ ਸੈਕੂਲਰ ਪਾਰਟੀ ਹਾਂ। ਤੇ ਹੁਣ ਇਹ ਗੱਲ ਮਤਲਬ ਕਿ ਦੇਖੋ ਕਲੀਅਰ ਹੋਣੀ ਚਾਹੀਦੀ ਹੈ, ਬਹੁਤ ਵੱਡਾ ਫਰਾਡ ਹੁਣ ਤੱਕ ਚੱਲਦਾ ਆ ਰਿਹਾ, ਸਿੱਖ ਕੌਮ ਨਾਲ ਬਹੁਤ ਵੱਡਾ ਫਰਾਡ ਹੋ ਰਿਹਾ। ਤੇ ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਅਸੀਂ ਧਾਰਮਿਕ ਪਾਰਟੀਆਂ, ਦੂਜੇ ਪਾਸੇ ਉੱਥੇ ਕਹਿੰਦੇ ਆ ਨਹੀਂ ਜੀ ਅਸੀਂ ਤਾਂ ਧਰਮ ਨਿਰਪੱਖ ਪਾਰਟੀਆਂ, ਸਾਡੇ ਤਾਂ ਮੈਂਬਰ ਸਾਰੇ ਹੋਣਗੇ, ਸਾਡੇ ਤਾਂ ਸਭ ਧਰਮਾਂ ਦੇ ਸਾਡੇ ਮੈਂਬਰ ਹੋਣਗੇ। ਤਾਂ ਫਿਰ ਤੁਸੀਂ ਸਿੱਖ ਜੋ ਸਥਾਨ ਨੇ, ਸਿੱਖ ਧਾਰਮਿਕ ਸਥਾਨ ਨੇ, ਉਹਨਾਂ ਦਾ ਪ੍ਰਬੰਧ ਤੁਸੀਂ ਕਿਵੇਂ ਕਰ ਸਕਦੇ ਹੋ? ਤੇ ਇਹ ਗੱਲ ਇਹ ਹੁਣ ਸਾਫ਼ ਹੋਏਗੀ। ਦੇਖੋ ਹੁਣ ਇੱਥੇ ਆਰਡਰ ਹੋ ਗਿਆ, ਦਿੱਲੀ ਸਰਕਾਰ ਨੇ ਆਪਣੀ ਗਲਤੀ ਸੁਧਾਰ ਲਈ ਕਰਤਾ, ਤੇ ਹੁਣ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਇਹਨਾਂ ਦੀ ਕੋਈ ਵਾਹ ਚੱਲਣ ਨਹੀਂ ਦੇਵਾਂਗੇ ਹੁਣ ਇਹਨਾਂ ਦੀ। ਤੇ ਦਿੱਲੀ ਸਰਕਾਰ ਦੇ ਵਿੱਚ ਸਿਰਫ ਤੇ ਸਿਰਫ ਦਿੱਲੀ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਸਿਰਫ ਤੇ ਸਿਰਫ ਧਾਰਮਿਕ ਪਾਰਟੀਆਂ ਨੂੰ ਹੀ ਇਹ ਇਲੈਕਸ਼ਨ ਲੜਨ ਦੀ ਇਜਾਜ਼ਤ ਹੋਏਗੀ। ਔਰ ਅਸੀਂ ਪੂਰੀ ਸਾਡੀ ਕੋਸ਼ਿਸ਼ ਆ ਕਿ ਜੋ ਧਾਰਮਿਕ ਪਾਰਟੀਆਂ ਨਹੀਂ ਹਨ, ਜੋ ਸਿੱਖ ਧਾਰਮਿਕ ਪਾਰਟੀਆਂ ਨਹੀਂ ਹਨ, ਉਹਨਾਂ ਨੂੰ ਇਲੈਕਸ਼ਨ ਨਾਲ ਲੜਨ ਦਿੱਤੇ ਜਾਣ। ਇਸ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਇਹੋ ਲੜਾਈ ਲੜ ਰਹੇ ਬਲਵੰਤ ਸਿੰਘ ਖੇੜਾ ਦਾ ਵੀ ਇਹੀ ਮੰਨਣਾ ਹੈ ਕਿ ਜੇਕਰ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜ ਸਕਦਾ ਤਾਂ ਫਿਰ ਉਹ ਪੰਜਾਬ ਦੇ ਵਿੱਚ ਵੀ ਚੋਣ ਨਹੀਂ ਲੜ ਸਕਦਾ। ਬਲਵੰਤ ਸਿੰਘ ਖੇੜਾ ਉਹ ਸ਼ਖਸੀਅਤ ਹਨ ਜੋ ਪਿਛਲੇ ਕਰੀਬ 30 ਸਾਲਾਂ ਤੋਂ ਇਹ ਲੜਾਈ ਲੜ ਰਹੇ ਹਨ। ਉਹਨਾਂ ਨੇ ਤਾਂ ਇੱਥੋਂ ਤੱਕ ਇਹ ਵੀ ਦਾਅਵਾ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਤੱਕ ਰੱਦ ਹੋ ਜਾਵੇਗੀ ਅਤੇ ਇਸ ਦੇ ਆਗੂਆਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ। ਸ਼੍ਰੋਮਣੀ ਅਕਾਲੀ ਦਲ ਦੇ ਲੰਬੀ ਫਰਾਡਾਂ ਦੀ ਲਿਸਟ ਵਿੱਚੋਂ ਇੱਕ ਵਿੱਚ ਅੱਜ ਸਾਨੂੰ ਆਰਡਰ ਹੋਗਾ, ਸਫਲਤਾ ਹੋ ਗਈ। ਜਿਹੜੇ ਹੋਰ 10 ਆਰਡਰ ਉਹਨਾਂ ਦੇ ਵਿੱਚ ਐਸਜੀਪੀਸੀ ਵਿੱਚ ਵੀ ਇਹ ਚੋਣਾਂ ਨਹੀਂ ਲੈ ਸਕਣਗੇ ਔਰ ਇਹਨਾਂ ਦੀ ਮਾਨਤਾ ਵੀ ਰੱਦ ਹੋਣ ਵਾਲੀ ਆ ਔਰ ਇਹਨਾਂ ਨੂੰ ਜੇਲ੍ਹ ਜਾਣਾ ਵੀ ਪਵੇਗਾ। ਭਾਰਤ ਵਿੱਚ ਪਟੀਸ਼ਨ ਪਾਉਣ ਦੀ ਲੋੜ ਦੇ ਵਿੱਚ ਨਵਾਂ ਪਾਉਣ ਦੀ ਲੋੜ ਨਹੀਂ, ਪਹਿਲਾਂ ਹੀ ਪਾਈ ਹੋ ਆ। ਔਰ ਆ ਜਿਹੜੇ ਆਰਡਰ ਆ ਇਹ ਸਾਰੇ ਦੇਸ਼ ਦੇ ਉੱਤੇ ਲਾਗੂ ਹੁੰਦੇ ਆ ਔਰ ਜਿਹੜੇ ਚਾਹੇ ਪੰਜਾਬ ਦੇ ਵਿੱਚ ਐਸਜੀਪੀਸੀ ਹੈ ਤੇ ਵੀ ਲਾਗੂ ਹੁੰਦੇ ਆ। ਭਾਰਤ ਵਿੱਚ ਜਾਂ ਪੰਜਾਬ ਵਿੱਚ ਜਿਹੜਾ ਗੁਰਦੁਆਰਿਆਂ ਸੰਬੰਧੀ ਇਹ ਕਾਨੂੰਨ ਹੈਗਾ ਕਿ ਸਿਆਸੀ ਕੋਈ ਪਾਰਟੀ ਹਿੱਸਾ ਨਹੀਂ ਲੈ ਸਕਦੀ, ਉਹ ਦਿੱਲੀ ਵਿੱਚ ਵੀ ਨਹੀਂ ਲੈ ਸਕਦੀ, ਪੰਜਾਬ ਵਿੱਚ ਵੀ ਨਹੀਂ ਲੈ ਸਕਦੀ। ਔਖਾ ਨਹੀਂ, ਬੰਦ ਹੋ ਗਿਆ ਔਖਾ। ਅਸੀਂ ਤਾਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਸੀਂ 1 ਦਰਜਨ ਫਰਾਡਾਂ ਨੂੰ ਲੈ ਕੇ 30 ਸਾਲਾਂ ਤੋਂ ਤੁਰੇ ਹੋ ਆ, ਇੱਕ ਫਰਾਡ ਦੇ ਵਿੱਚ ਪਕੜੇ ਗਏ ਔਰ ਆਰਡਰ ਹੋਗਾ ਵੀ ਤੁਸੀਂ ਨਹੀਂ ਲੜ ਸਕਦੇ। ਹੁਣ ਐਸਜੀਪੀਸੀ ਵਿੱਚ ਵੀ ਨਹੀਂ ਲੜ ਸਕਦੇ ਔਰ ਜਿਹੜਾ ਦਿੱਲੀ ਭਾਰਤ ਦਾ ਚੋਣ ਕਮਿਸ਼ਨ ਆ ਉਹਦੇ ਵਿੱਚ ਵੀ ਇਹਨਾਂ ਨੂੰ ਸਜ਼ਾ ਮਿਲੇਗੀ ਔਰ ਅਦਾਲਤ ਵਿੱਚ ਵੀ ਇਹਨਾਂ ਨੂੰ ਸਜ਼ਾ ਮਿਲੇਗੀ। ਜਿਹੜੀਆਂ ਇਹਨਾਂ ਨੇ ਫਰਾਡ ਕੀਤਾ ਉਹਦੀ ਸਜ਼ਾ ਵੀ ਮਿਲਣੀ ਆ ਨਾ। ਇਹ ਤਾਂ ਹੋਇਆ ਵੀ ਜੀ ਇਲੈਕਸ਼ਨ ਨਹੀਂ ਲੜ ਸਕਦੇ, ਛੋਟੀ ਗੱਲ ਆ। ਜਿਹੜਾ ਜੁਰਮ ਕੀਤਾ, ਜਿਹੜਾ ਸਾਜ਼ਿਸ਼ ਜਾਲਸਾਜ਼ੀ ਜਾਂ ਫਰੋਡ ਕੀਤਾ, ਉਹਦੀ ਸਜ਼ਾ ਵੀ ਮਿਲਣੀ ਆ। ਇਸ ਸਭ ਬਾਰੇ ਗੱਲ ਕਰਨ ਲਈ ਸਾਡੇ ਨਾਲ ਦਿੱਲੀ ਤੋਂ ਜੁੜ ਚੁੱਕੇ ਹਨ ਬਲਵੰਤ ਸਿੰਘ ਖੇੜਾ ਜੀ। ਖੇੜਾ ਜੀ, ਤੁਹਾਡਾ ਸਕਾਈ ਨਿਊਜ਼ ਤੇ ਬਹੁਤ-ਬਹੁਤ ਸਵਾਗਤ ਹੈ। ਤੇ ਖੇੜਾ ਜੀ, ਜਿਹੜੀ ਕਿ ਗੱਲ ਹੋ ਰਹੀ ਹੈ ਕਿ ਕੋਈ ਵੀ ਜਿਹੜੀ ਪਾਰਟੀ ਹੈ ਉਹ 2 ਤਰੀਕੇ ਨਾਲ ਚੋਣ ਨਹੀਂ ਲੜ ਸਕਦੀ, ਕੀ ਕਹਿਣਾ ਹੈ ਤੁਹਾਡਾ ਇਸ ਪੂਰੇ ਮੁੱਦੇ ਦੇ ਬਾਰੇ? ਭਾਰਤ ਵਿੱਚ 26 ਜਨਵਰੀ 1950 ਤੱਕ ਸੈਕੂਲਰ ਦੇਸ਼ ਜਦੋਂ ਦਾ ਬਣਿਆ, ਕੋਈ ਪਾਰਟੀ ਵੀ ਧਰਮ ਤਾਂ ਸਿਆਸਤ ਨੂੰ ਨਹੀਂ ਬਣਾ ਸਕਦੀ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸਿਆਸਤ ਕਰਦਾ ਆ ਰਿਹਾ। ਹਾਂਜੀ। ਔਰ 1999 ਵਿੱਚ ਇਹਨਾਂ ਨੇ ਝੂਠਾ ਵਿਧਾਨ ਦੇ ਕੇ ਮਾਨਤਾ ਲੈ ਲਈ ਸੀ, ਉਹ ਅਸੀਂ ਚੈਲੰਜ ਕੀਤਾ ਹੈ ਦਿੱਲੀ ਹਾਈ ਕੋਰਟ ਦੇ ਵਿੱਚ, ਇਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ, 2 ਵਿਧਾਨ ਰੱਖ ਲਾ। ਹਾਂਜੀ। ਹੁਸ਼ਿਆਰਪੁਰ ਦੀ ਅਦਾਲਤ ਵਿੱਚ ਇਹਨਾਂ ਤੇ ਅਸੀਂ ਕੇਸ ਪਾਇਆ ਵੀ ਇਹਨਾਂ ਨੂੰ ਚਟਾਲੇ ਤਾਂ ਲਾਲੂਮਾਂ ਜੇਲ੍ਹ ਭੇਜੋ, ਇਹਨੀ ਜਾਲਸਾਜ਼ੀ ਕਰਕੇ, ਸਾਜ਼ਿਸ਼ ਕਰਕੇ ਮਾਨਤਾ ਲਈ ਆ। ਹਾਂਜੀ। ਜਿਹੜਾ ਦਿੱਲੀ ਦੀਆਂ ਚੋਣਾਂ ਸੰਬੰਧੀ ਗੱਲ ਹੈ, ਉਹ 2010 ਦਾ ਨੋਟੀਫਿਕੇਸ਼ਨ ਹੈਗਾ ਦਿੱਲੀ ਸਰਕਾਰ ਦਾ। ਹਾਂਜੀ। ਗਵਰਨਰ ਦੇ ਦਸਤਖਤ ਮੇਰੇ ਕੋਲ ਪਿਆ 3-4 ਸਵੇਰਾ। ਹਾਂਜੀ।
2010 ਦੇ ਬਾਅਦ ਦਿੱਲੀ ਵਿੱਚ ਜਿੰਨੀਆਂ ਗੁਰਦੁਆਰਾ ਚੋਣਾਂ ਹੋਈਆਂ ਉਹ ਸਾਰੀਆਂ ਇਹਨਾਂ ਨੇ ਲੜੀਆਂ ਔਰ ਗਲਤ ਲੜੀਆਂ, ਕਿਸੇ ਨੇ ਆਬਜੈਕਟ ਨਹੀਂ ਕੀਤਾ। ਹਾਂਜੀ। ਜੇ ਕੋਈ ਸ਼ਿਕਾਇਤ ਕਰੇ ਤਾਂ ਇਹਨਾਂ ਨੂੰ ਉਸ ਹੇਰਾ ਫੇਰੀ ਕਰਕੇ, ਕਿਉਂਕਿ ਇਹ ਰਾਜਸੀ ਪਾਰਟੀ ਸੀ, ਇਹਨਾਂ ਦੀ ਮਾਨਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਿੱਚ ਹੋਈ ਹੋ ਆ, ਤੇ ਇਸ ਕਰਕੇ ਇਹ ਇੱਥੇ ਆਪਣੇ ਆਪ ਨੂੰ ਰਿਲੀਜੀਅਸ ਪਾਰਟੀ ਕਹਿ ਕੇ ਚੋਣਾਂ ਲੜਦੇ ਰਹੇ, ਜਿਹੜਾ ਕਿ ਬੜਾ ਹੀ ਭਿਆਨਕ ਇਹਨਾਂ ਦੀ ਗਲਤੀ ਹੈ ਜਾਂ ਇਹਨਾਂ ਦਾ ਬੱਜਰ ਕੁਰੈਤ ਹੈ। ਔਰ ਦੇ ਆਰ ਟੂ ਬੀ ਇਨ ਜੇਲ ਫਾਰ ਹਾਂਜੀ। 1917 ਵਿੱਚ ਇਹਨਾਂ ਨੇ ਜਦੋਂ ਪਾਗਲ ਭਾਵ ਲੱਗੇ 46 ਹਲਕਿਆਂ ਦੇ ਦਿੱਲੀ ਦੀ ਗੁਰਦੁਆਰਾ ਕਮੇਟੀ ਲਈ, ਤਾਂ ਉਸ ਵੇਲੇ ਸੁਖਬੀਰ ਸਿੰਘ ਮੈਂ ਨਹੀਂ ਦਸਤਖਤ ਕਰਨਾ। ਅੱਛਾ ਜੀ। ਹੁਣ ਜਿਹੜੀ ਅਗਲੇ ਮਹੀਨੇ ਚੋਣ ਆ ਰਹੀ ਹੈ ਉਹਦੇ ਵਿੱਚ ਅਗਰ ਇੱਕ ਆਦਮੀ ਵੀ ਆਬਜੈਕਟ ਕਰੇ, ਉਹਨਾਂ ਨੇ ਵੈਸੇ ਤਾਂ ਦਿੱਲੀ ਗਵਰਨਮੈਂਟ ਨੇ ਹੁਣ ਚਿੱਠੀ ਵੀ ਕੱਢ ਦਿੱਤੀ ਆ। ਹਾਂਜੀ। ਇਸ ਕਰਕੇ ਇਹ ਦੀਵਾਰ ਹੋ ਗਿਆ ਔਰ ਏਦਾਂ ਹੀ ਦਿੱਲੀ ਵਾਂਗੂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪੰਜਾਬ ਵਿੱਚ ਵੀ, ਪੰਜਾਬ ਹਿਮਾਚਲ ਹਰਿਆਣੇ ਦੀ ਸਾਂਝੀ ਆ ਕਮੇਟੀ, ਉੱਥੇ ਵੀ ਨਹੀਂ ਲੜ ਸਕੂਗਾ। ਅੱਛਾ ਜੀ। ਇਸ ਕਰਕੇ ਇਹਨਾਂ ਨੂੰ ਸਰਕਾਰ ਔਰ ਇਹਨੂੰ ਬਣਦੀ ਸਜ਼ਾ ਮਿਲੇਗੀ। ਤੇ ਖੇੜਾ ਸਾਹਿਬ, ਤੁਸੀਂ ਪਿਛਲੇ ਕਰੀਬ 30 ਸਾਲਾਂ ਤੋਂ ਲੰਬੇ ਸਮੇਂ ਤੋਂ ਤੁਸੀਂ ਇਹ ਲੜਾਈ ਲੜ ਰਹੇ ਹੋ, ਤੇ ਕੀ ਕਹਿੰਦੇ ਹੋ ਕਿ ਇਹ ਜਿਹੜੀ ਬਹੁਤ ਪੈਣੀ ਹੈ ਯਾਰ, ਮੈਂ ਕੀ ਦੱਸਾਂ ਹੁਣ। ਸਾਡੀ 15 ਅਪ੍ਰੈਲ ਨੂੰ ਤੁਹਾਡੇ ਦਿੱਲੀ ਹਾਈ ਕੋਰਟ ਚ ਕੇਸ ਆ, 30 ਸਾਲ ਹੋ ਗਏ ਹੁਣ। ਮੈਂ ਹਾਈ ਕੋਰਟ ਨੂੰ ਕੀ ਕਹਿ ਸਕਦਾ, ਤਰੀਕਾ ਪਾਈ ਜਾਂਦੇ ਆ। ਤੇ ਜਦੋਂ ਹੋਈ ਇਹਨਾਂ ਨੂੰ ਸਾਡੇ ਹੱਕ ਚ ਫੈਸਲਾ ਹੋਣਾ, ਕਿਉਂਕਿ ਕਾਨੂੰਨ ਵਿਧਾਨ ਸਾਡੇ ਕੋਲ। ਠੀਕ ਹੈ ਜੀ। ਫੈਕਟ ਸਾਡੇ ਕੋਲ ਆ, ਰਿਕਾਰਡ ਸਾਡੇ ਕੋਲ। ਠੀਕ ਹੈ ਜੀ। ਯਾਨੀ ਕਿ ਇਹ ਆਪਾਂ ਕਹਿ ਸਕਦੇ ਹਾਂ ਖੇੜਾ ਸਾਹਿਬ ਕਿ ਜਿਹੜੀ ਅਕਾਲੀ ਦਲ ਹੈਗਾ, ਜੇ ਇਹ ਓਵਲੀ ਗੁਰਦੁਆਰੇ ਵਾਲੀ ਚੋਣ ਲੜ ਰਹੀ ਹੈ ਤਾਂ ਉਹਦੇ ਵਿਚਕਾਰ, ਤੇ ਜੇ ਪੰਜਾਬ ਦੇ ਵਿੱਚ ਚੋਣ ਲੜ ਰਹੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਵੀ ਉਹਨਾਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ, ਲੋਕਾਂ ਦੇ ਨਾਲ ਵੀ ਇੱਕ ਧੋਖਾ ਕੀਤਾ ਜਾ ਰਿਹਾ। ਸਾਜ਼ਿਸ਼ ਜਾਲਸਾਜ਼ੀ ਦਾ ਕੇਸ ਵਿੱਚ ਇਹਨਾਂ ਦੇ ਸਮਨ ਹੋਏ ਆ ਤਿੰਨਾਂ ਦੇ। ਠੀਕ ਹੈ ਜੀ। ਪ੍ਰਕਾਸ਼ ਸਿੰਘ ਬਾਦਲ ਦੇ, ਸੁਖਬੀਰ ਸਿੰਘ ਬਾਦਲ ਦੇ ਤੇ ਦਲਜੀਤ ਸਿੰਘ ਚੀਮੇ ਦੇ। ਅੱਛਾ ਜੀ। ਜੱਜ ਨੇ 23 ਦਫੇ ਦਾ ਆਰਡਰ ਕੱਢਿਆ ਆ, ਇੰਡਿਕਟਮੈਂਟ ਆ, ਪਹਿਲੀ ਨਜ਼ਰੇ ਦੋਸ਼ੀ ਲੱਗਦੇ ਆ, 8-10 ਦਫਾ ਇਹਨਾਂ ਤੇ ਲਾਈਆਂ ਆ। ਤਾਂ ਇਹਨਾਂ ਨੇ ਹਾਈ ਕੋਰਟ ਵਿੱਚ ਸਟੇ ਲੈ ਲਿਆ ਸੀ। 31 ਤਰੀਕ ਨੂੰ ਉਹਦੀ ਸੁਣਵਾਈ ਆ, ਜਦੋਂ ਸਟੇਟ ਕੱਟਿਆ ਇਹਨਾਂ ਨੂੰ ਉੱਥੇ ਅਦਾਲਤ ਪੇਸ਼ ਹੋ ਕੇ ਇਹਨਾਂ ਨੂੰ ਗੁਨਾਹ ਦੀ ਸਜ਼ਾ ਮਿਲੀ। ਠੀਕ ਹੈ ਜੀ। ਗਵਰਨਮੈਂਟ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਅਗਲੇ ਮਹੀਨੇ ਜਿਹੜੀਆਂ ਹੋਣ ਵਾਲੀਆਂ, ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਰਸਤੇ ਕਾਂਗਰਸ ਪਾਰਟੀ ਤੁਰੀ ਹੋਈ ਸੀ ਕਿ ਜਿਹੜੇ ਸਿੱਖਾਂ ਦੇ ਧਾਰਮਿਕ ਮਸਲੇ ਆ ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਦੀ ਆਦਤ ਸੀ ਕਾਂਗਰਸ ਪਾਰਟੀ ਦੀ, ਦਿੱਲੀ ਦੀ ਕੇਜਰੀਵਾਲ ਸਰਕਾਰ ਜਿਹੜੀ ਆ ਉਹ ਵੀ ਇੰਦਰਾ ਗਾਂਧੀ ਦੇ ਰਸਤੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਸਾਰਾ ਜ਼ੋਰ ਇਹਨਾਂ ਦਾ ਲੱਗਿਆ ਹੋਇਆ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਚੋਣ ਉੱਥੇ ਦਿੱਲੀ ਦੇ ਵਿੱਚ ਨਾ ਲੜ ਸਕੇ। ਇੱਕ ਗੱਲ ਦੀ ਮੈਨੂੰ ਹੈਰਾਨਗੀ ਵੀ ਹੁੰਦੀ ਹੈ ਕਿ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਕਾਲੀ ਦਲ ਦੇ ਪੱਲੇ ਕੁਛ ਨਹੀਂ, ਤੇ ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ, ਸਰਦਾਰ ਮਨਜੀਤ ਸਿੰਘ ਜੀਕੇ ਦਾ ਵੀ, ਸਰਨਾ ਭਰਾਵਾਂ ਦਾ ਵੀ, ਔਰ ਸਾਰਿਆਂ ਦਾ ਰਲ ਕੇ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਸ ਸਿੰਬਲ ਦੇ ਉੱਤੇ ਦਿੱਲੀ ਕਮੇਟੀ ਦੀ ਚੋਣ ਲੜਦਾ ਬਾਲਟੀ, ਵੀ ਇਹਦੇ ਕੋਲੋਂ ਸਿੰਬਲ ਜਿਹੜਾ ਉਹ ਖੋਇਆ ਜਾਏ। ਤਾਂ ਸਵਾਲ ਇਹ ਉੱਠਦਾ ਹੈ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੁਦ ਨੂੰ ਧਰਮ ਨਿਰਪੱਖ ਪਾਰਟੀ ਆਖਦੀ ਹੈ, ਉਸ ਤੇ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਦੀ ਹੈਗੀ ਹੈ, DSGMC, ਉਸ ਦੀਆਂ ਚੋਣਾਂ ਵੀ ਲੜ ਰਹੀ ਹੈ।
ਕਿਹਾ ਜਾ ਰਿਹਾ ਹੈ, ਆਰੋਪ ਇਹ ਲੱਗ ਰਿਹਾ ਹੈ ਕਿ ਉਹ ਦੋ ਸੰਵਿਧਾਨ ਕਿਸੇ ਵੀ ਇੱਕ ਪਾਰਟੀ ਦੇ ਨਹੀਂ ਹੋ ਸਕਦੇ। ਲਿਹਾਜ਼ਾ ਸ਼੍ਰੋਮਣੀ ਅਕਾਲੀ ਦਲ ਇਸ ਤਰੀਕੇ ਦੇ ਨਾਲ ਚੋਣ ਨਹੀਂ ਲੜ ਸਕਦਾ। ਫਿਲਹਾਲ ਜਿਹੜਾ ਮਾਮਲਾ ਹੈ ਉਹ ਕੋਰਟ ਦੇ ਵਿੱਚ ਵਿਚਾਰਾਧੀਨ ਹੈ। ਵੇਖਣਾ ਇਹ ਹੋਵੇਗਾ ਕਿ ਆਖਿਰ ਕੋਰਟ ਦੇ ਵੱਲੋਂ ਕੀ ਫੈਸਲਾ ਸਾਹਮਣੇ ਆਉਂਦਾ ਹੈ। ਬਹਰਹਾਲ ਹੁਣ ਦੇ ਵਾਸਤੇ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।